ते शाफी आया, मैं दर ते शाफी आया, मैनू पापा ने सताया। तौबा मेरी मैनू बख्श दे खुदा, मैं दर ते शाफी आया। साउल नू बचाया, नाज़र नू तो जवाया। साउल नू बचाया, नाज़र नू तो जवाया। मैं भी हाँ बंदा तेरा, मैं भी हाँ बंदा तेरा, कर रहमतां दा साया। तौबा मेरी मैनू बख्श दे खुदाया, मैं दर ते शाफी आया, मैं दर ते शाफी आया। ਜਿਉਂਦੇ ਖੁਦਾ ਨੇ ਸਾਨੂੰ ਇੱਕ ਹੋਰ ਦਿਨ ਦਿੱਤਾ ਹੈ ਉਸ ਦੀ ਉਸਤਤ ਵਡਿਆਈ ਕਰਨ ਦੇ ਲਈ। ਬੀਤੇ ਰਾਤੀ ਸਾਨੂੰ ਪ੍ਰਭੂ ਨੇ ਖਿਆਲ ਨਾਲ ਰੱਖਿਆ ਹੈ। ਧੰਨਵਾਦ ਕਰੀਏ, ਸ਼ੁਕਰਗੁਜ਼ਾਰੀ ਕਰੀਏ ਇਸ ਪਲ ਤੱਕ ਜਿੰਨੀਆਂ ਵੀ ਬਰਕਤਾਂ ਸਾਨੂੰ ਮਿਲੀਆਂ ਨੇ। ਤੇ ਆਉਣ ਵਾਲੇ ਹਰੇਕ ਪਲ ਦੇ ਲਈ ਗੁਜ਼ਾਰਿਸ਼ ਕਰਦੇ ਹੋਏ ਇਸ ਮਹਾਨ ਕੁਰਬਾਨੀ ਨੂੰ ਸਮਰਪਿਤ ਕਰੀਏ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਜਿਉਂਦੇ ਖੁਦਾ ਨੇ ਸਾਨੂੰ ਦਿਨ ਬਖਸ਼ਿਆ ਹੈ, ਇਸ ਮਹਾਨ ਕੁਰਬਾਨੀ ਵਿੱਚ ਹਿੱਸਾ ਲੈਣ ਦੇ ਸਾਨੂੰ ਯੋਗ ਬਣਾਇਆ ਹੈ। ਤੇ ਆਓ ਅਸੀਂ ਆਪਣੇ ਆਪ ਨੂੰ ਯੋਗ ਬਣਾਉਣ ਦੇ ਲਈ ਆਪਣੇ ਗਲਤੀਆਂ ਗੁਨਾਹਾਂ ਨੂੰ ਚੇਤੇ ਕਰੀਏ। ਸੱਚੇ ਦਿਲੋਂ ਪਛਤਾਉਂਦੇ ਹੋਏ ਸਾਰੇ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਵਾਰੀ ਮਰੀਮ, ਸਾਰਿਆਂ ਫਰਿਸ਼ਤਿਆਂ, ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਸਰਵਸ਼ਕਤੀਮਾਨ ਖੁਦਾ ਸਾਡੇ ਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵਕ ਜੀਵਨ ਦੇ ਵੱਲ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਜਿਨ੍ਹਾਂ ਨੇ ਵੀ ਸਾਡੇ ਤੋਂ ਪ੍ਰਾਰਥਨਾ ਦੀ ਮੰਗ ਕੀਤੀ ਹੈ ਉਹਨਾਂ ਨੂੰ ਖੁਦਾ ਅੱਗੇ ਸਮਰਪਿਤ ਕਰੀਏ। ਇਸ ਪਲ ਜੋ ਸਾਡੇ ਜੀਵਨ ਦੇ ਵਿੱਚ ਖੁਦਾ ਦੀ ਬਰਕਤਾਂ ਸਾਨੂੰ ਚਾਹੀਦੀਆਂ ਨੇ, ਜੇ ਆਪਣੇ ਖੁਦਾ ਤੋਂ ਮੰਗੀਏ, ਪਰਮੇਸ਼ਰ ਨੂੰ ਆਖੀਏ ਕਿ ਪ੍ਰਭੂ ਤੇਰਾ ਹਸੀਨ ਵਾਅਦਾ ਹੈ ਕਿ ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ। ਅੱਜ ਉਸੇ ਹੀ ਪੁਕਾਰ ਨੂੰ ਖੁਦਾ ਦੇ ਅੱਗੇ ਬੁਲੰਦ ਕਰਦੇ ਹੋਏ ਅਸੀਂ ਅਰਜ਼ ਕਰੀਏ। ਐ ਅਤ ਮਹਾਨ ਅਤੇ ਤਰਸਮੰਦ ਖੁਦਾ, ਆਪਣੇ ਵੱਲ ਸਾਡੇ ਸਫ਼ਰ ਦੇ ਦੌਰਾਨ ਰਾਹ ਦੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰ। ਬਖਸ਼ ਦੇ ਕਿ ਬਦਨ ਅਤੇ ਰੂਹ ਦੇ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਰਹਿ ਕੇ ਅਸੀਂ ਖੁਸ਼ੀ ਦੇ ਨਾਲ ਤੇਰੀ ਸੇਵਾ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ ਪ੍ਰਕਾਸ਼ ਦੀ ਪੋਥੀ ਵਿੱਚੋਂ ਉਸ ਦਾ 18 ਅਧਿਆਏ 1 ਤੋਂ 2, 21 ਤੋਂ 23 ਅਤੇ 19 ਅਧਿਆਏ ਦੀ 1 ਤੋਂ 3 ਤੱਕ। ਇਸ ਦੇ ਬਾਅਦ ਮੈਂ ਇੱਕ ਹੋਰ ਫਰਿਸ਼ਤੇ ਨੂੰ ਸਵਰਗੋਂ ਉਤਰਦੇ ਦੇਖਿਆ ਜੋ ਵੱਡੇ ਅਧਿਕਾਰ ਦਾ ਮਾਲਿਕ ਸੀ ਅਤੇ ਧਰਤੀ ਉਸ ਦੇ ਜਲਵੇ ਦੀ ਸ਼ਾਨ ਨਾਲ ਚਮਕ ਉੱਠੀ। ਉਸਨੇ ਜ਼ੋਰਦਾਰ ਆਵਾਜ਼ ਨਾਲ ਪੁਕਾਰ ਕੇ ਕਿਹਾ, ਢਹਿ ਢੇਰੀ ਹੋ ਗਈ, ਮਹਾਨ ਨਗਰੀ ਬਾਬੁਲ ਦੀ ਢੇਰੀ ਹੋ ਗਈ। ਉਹ ਭੂਤਾਂ ਤੇ ਡੈਣਾਂ ਦੇ ਰਹਿਣ ਦੀ ਥਾਂ ਬਣ ਗਈ।
ਉਹ ਹਰ ਤਰ੍ਹਾਂ ਦੀਆਂ ਅਸ਼ੁੱਧ ਆਤਮਾਵਾਂ ਦਾ ਅੱਡਾ ਅਤੇ ਹਰ ਤਰ੍ਹਾਂ ਦੇ ਗੰਦੇ ਬੋਹ ਵਾਲੇ ਅਤੇ ਘਿਨੌਣੇ ਪੰਛੀਆਂ ਦਾ ਅੱਡਾ ਅਤੇ ਹਰ ਤਰ੍ਹਾਂ ਦੇ ਗੰਦੇ ਬੋਹ ਵਾਲੇ ਪਸ਼ੂਆਂ ਦਾ ਅੱਡਾ ਬਣ ਗਈ। ਤਦ ਇੱਕ ਸ਼ਕਤੀਸ਼ਾਲੀ ਫਰਿਸ਼ਤੇ ਨੇ ਚੱਕੀ ਦੇ ਵੱਡੇ ਪੁੜ ਵਰਗਾ ਇੱਕ ਪੱਥਰ ਚੁੱਕਿਆ ਅਤੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਨਾਲ ਹੀ ਇਹ ਕਿਹਾ, ਇਸ ਤਰ੍ਹਾਂ ਜੋਰਾ ਜਬਰੀ ਨਾਲ ਮਹਾਨਗਰੀ ਬਾਬੁਲ ਥੱਲੇ ਸੁੱਟੀ ਜਾਵੇਗੀ ਅਤੇ ਫਿਰ ਕਦੀ ਉਸ ਦਾ ਪਤਾ ਨਹੀਂ ਚੱਲੇਗਾ ਭਾਈ ਕਿੱਥੇ ਹੈ। ਅਤੇ ਅੱਗੋਂ ਤੋਂ ਬਰਬਤ ਵਜਾਉਣ ਵਾਲਿਆਂ ਦੀ ਅਤੇ ਗਾਉਣ ਵਾਲਿਆਂ ਦੀ ਆਵਾਜ਼ ਤੇਰੇ ਲਈ ਫਿਰ ਕਦੀ ਸੁਣਾਈ ਨਹੀਂ ਦੇਵੇਗੀ। ਬਾਂਸਰੀ ਵਜਾਉਣ ਵਾਲਿਆਂ ਦੀ ਆਵਾਜ਼ ਅਤੇ ਤੁਰੀ ਵਜਾਉਣ ਵਾਲਿਆਂ ਦੀ ਆਵਾਜ਼ ਤੇਰੇ ਵਿੱਚ ਅੱਗੋਂ ਤੋਂ ਫਿਰ ਕਦੀ ਸੁਣਾਈ ਨਹੀਂ ਦੇਵੇਗੀ। ਅਤੇ ਕਿਸੇ ਵੀ ਕਾਰੋਬਾਰ ਦਾ ਕਾਰੀਗਰ ਤੇਰੇ ਵਿੱਚ ਫਿਰ ਕਦੀ ਨਹੀਂ ਮਿਲੇਗਾ ਅਤੇ ਚੱਕੀ ਪੀਸਣ ਦੀ ਆਵਾਜ਼ ਤੇਰੇ ਵਿੱਚ ਕਦੀ ਸੁਣਾਈ ਨਹੀਂ ਦੇਵੇਗੀ ਅਤੇ ਦੀਵੇ ਦਾ ਚਾਨਣ ਤੇਰੇ ਵਿੱਚ ਕਦੀ ਦਿਖਾਈ ਨਹੀਂ ਦੇਵੇਗਾ ਅਤੇ ਦੁਲਹਨ ਦੀ ਆਵਾਜ਼ ਤੇਰੇ ਵਿੱਚ ਕਦੀ ਸੁਣਾਈ ਨਹੀਂ ਦੇਵੇਗੀ, ਕਿਉਂਕਿ ਤੇਰੇ ਵਪਾਰੀ ਧਰਤੀ ਦੇ ਚੋਟੀ ਦੇ ਧਨੀ ਮਨੁੱਖ ਸਨ ਅਤੇ ਤੇਰੇ ਆਪਣੇ ਜਾਦੂਗਰੀ ਨਾਲ ਤੂੰ ਸਭ ਕੌਮਾਂ ਨੂੰ ਧੋਖਾ ਦਿੱਤਾ ਹੋਇਆ ਸੀ। ਇਸ ਦੇ ਬਾਅਦ ਮੈਂ ਸਵਰਗ ਵਿੱਚ ਇੱਕ ਆਵਾਜ਼ ਜੋ ਇੱਕ ਵੱਡੀ ਭੀੜ ਦੀ ਆਵਾਜ਼ ਲੱਗਦੀ ਸੀ ਇਹ ਕਹਿੰਦੀ ਸੁਣੀ, ਹਾਲੇਲੂਇਆ, ਮੁਕਤੀ ਅਤੇ ਮਹਿਮਾ ਅਤੇ ਸਮਰੱਥਾ ਸਾਡੇ ਖੁਦਾ ਦੀ ਹੈ, ਕਿਉਂਕਿ ਉਸ ਦੇ ਫੈਸਲੇ ਸੱਚੇ ਅਤੇ ਸਹੀ ਹਨ। ਉਸਨੇ ਮਹਾਬੇਸ਼ਵਾ ਦਾ ਨਿਆਂ ਕੀਤਾ ਹੈ, ਜਿਸ ਨੇ ਆਪਣੇ ਵਿਭਚਾਰ ਨਾਲ ਧਰਤੀ ਵਿੱਚ ਗੰਦ ਪਾਇਆ ਹੋਇਆ ਸੀ ਅਤੇ ਉਸਨੇ ਉਸ ਤੋਂ ਆਪਣੇ ਸੇਵਕਾਂ ਦੇ ਖੂਨ ਦਾ ਬਦਲਾ ਲਿਆ ਹੈ। ਫਿਰ ਉਹਨਾਂ ਨੇ ਪੁਕਾਰ ਕੇ ਕਿਹਾ, ਹਾਲੇਲੂਇਆ। ਉਸ ਦੇ ਅੱਗ ਵਿੱਚ ਸੜਨ ਦਾ ਧੂਆਂ ਜੁਗੋ ਜੁਗੀ ਉਤਾਂ ਉੱਡਦਾ ਰਹੇਗਾ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਜ਼ਮੀਨ ਦਿਓ ਗਾਵਣ ਲਈਆ, ਸਭ ਜੋ ਜ਼ਮੀਨ ਦਿਓ ਗਾਵਣ ਲਈਆ, ਆਓ ਇੱਕ ਨਵਾਂਗੀ। ਅੰਜੀਲ ਸੁਣਾਓ, ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ। ਘਰ ਘਰ ਜਾਓ,
ਅੰਜੀਲ ਸੁਣਾਓ, ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ। ਹਾਲੇਲੂਇਆ 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 ਹਾਲੇਲੂਇਆ। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਹੈ ਪ੍ਰਭੂ। ਪਰ ਜਦੋਂ ਤੁਸੀਂ ਯਰੂਸ਼ਲਮ ਨੂੰ ਫੌਜਾਂ ਦੇ ਨਾਲ ਘਿਰਿਆ ਹੋਇਆ ਵੇਖੋ ਤਾਂ ਜਾਣ ਲਵੋ ਕਿ ਉਸ ਦੀ ਬਰਬਾਦੀ ਨੇੜੇ ਆ ਗਈ ਹੈ। ਉਸ ਵੇਲੇ ਜਿਹੜੇ ਯਹੂਦੀਆ ਵਿੱਚ ਹੋਣ ਉਹ ਪਹਾੜਾਂ ਵੱਲ ਭੱਜ ਜਾਣ, ਅਤੇ ਜਿਹੜੇ ਸ਼ਹਿਰ ਦੇ ਵਿੱਚ ਹੋਣ ਉਹ ਬਾਹਰ ਚਲੇ ਜਾਣ, ਅਤੇ ਜਿਹੜੇ ਦਿਹਾਤਾਂ ਵਿੱਚ ਹੋਣ ਉਹ ਸ਼ਹਿਰ ਵਿੱਚ ਨਾ ਵੜਨ, ਕਿਉਂਕਿ ਉਹ ਬਦਲਾ ਲਏ ਜਾਣ ਦੇ ਦਿਨ ਹੋਣਗੇ, ਤਾਂ ਕਿ ਜੋ ਕੁਝ ਲਿਖਿਆ ਹੋਇਆ ਹੈ ਉਹ ਸਭ ਪੂਰਾ ਹੋ ਜਾਵੇ। ਅਫਸੋਸ ਉਹਨਾਂ ਉੱਤੇ ਜਿਹੜੀਆਂ ਉਹਨਾਂ ਦਿਨਾਂ ਦੇ ਵਿੱਚ ਗਰਭਵਤੀ ਹੋਣਗੀਆਂ ਅਤੇ ਜਿਹੜੀਆਂ ਦੁੱਧ ਚੁੰਗਾਉਂਦੀਆਂ ਹੋਣਗੀਆਂ, ਕਿਉਂਕਿ ਧਰਤੀ ਉੱਤੇ ਮਹਾ ਸੰਕਟ ਆਵੇਗਾ ਅਤੇ ਇਸ ਦੇ ਲੋਕਾਂ ਉੱਤੇ ਕਹਿਰ ਆ ਪਵੇਗਾ। ਉਹ ਤਲਵਾਰ ਦੀ ਧਾਰ ਦੇ ਨਾਲ ਮੌਤ ਦੇ ਘਾਟ ਉਤਾਰੇ ਜਾਣਗੇ ਅਤੇ ਬੰਦੀ ਬਣਾ ਕੇ ਸਾਰੇ ਦੇਸ਼ਾਂ ਦੇ ਵਿੱਚ ਖੜੇ ਜਾਣਗੇ, ਅਤੇ ਯਰੂਸ਼ਲਮ ਗੈਰ ਯਹੂਦੀਆਂ ਦੇ ਪੈਰੀ ਤਦ ਤੱਕ ਲਬੜਾਇਆ ਜਾਵੇਗਾ ਜਦੋਂ ਤੱਕ ਕੌਮਾਂ ਦਾ ਸਮਾਂ ਪੂਰਾ ਨਾ ਹੋ ਜਾਵੇ। ਸੂਰਜ, ਚੰਦ ਅਤੇ ਤਾਰਿਆਂ ਵਿੱਚ ਨਿਸ਼ਾਨ ਹੋਣਗੇ, ਅਤੇ ਧਰਤੀ ਉੱਤੇ ਸਮੁੰਦਰ ਦੀ ਗਰਜਨ ਅਤੇ ਲਹਿਰਾਂ ਦੇ ਕਾਰਨ ਪਹੁੰਚਲੀ ਕਰਕੇ ਕੌਮਾਂ ਵਿੱਚ ਬਿਪਤਾ ਪੈ ਜਾਏਗੀ। ਸੰਸਾਰ ਤੇ ਆਉਣ ਵਾਲੀਆਂ ਘਟਨਾਵਾਂ ਦੇ ਅਗੇਤੇ ਅਹਿਸਾਸ ਅਤੇ ਡਰ ਦੇ ਮਾਰੇ ਲੋਕ ਬੇਹੋਸ਼ ਹੋ ਜਾਣਗੇ, ਕਿਉਂਕਿ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੜੀ ਸ਼ਕਤੀ ਅਤੇ ਸ਼ਾਨ ਅਤੇ ਬੜੇ ਜਲਾਲ ਦੇ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। ਜਦੋਂ ਇਹ ਘਟਨਾਵਾਂ ਹੋਣਗੀਆਂ ਤਾਂ ਤੁਸੀਂ ਉਤਾਂਹ ਨੂੰ ਵੇਖਣਾ ਅਤੇ ਆਪਣੇ ਸਿਰ ਉਤਾਂਹ ਚੁੱਕਣਾ, ਕਿਉਂਕਿ ਤੁਹਾਡੀ ਮੁਕਤੀ ਨੇੜੇ ਆ ਰਹੀ ਹੈ। ਇਹ ਸਾਡੇ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਭੈਣ ਤੇ ਬੱਚਿਓ, ਅੱਜ ਅਸੀਂ ਪਹਿਲੇ ਪਾਠ ਅਤੇ ਅੰਜੀਲ ਦੇ ਪਾਠ ਦੇ ਵਿੱਚ ਸੁਣਦੇ ਹਾਂ ਕਿ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਦੁਨੀਆ ਦਾ ਅੰਤ ਕਿਸ ਤਰ੍ਹਾਂ ਹੋਏਗਾ, ਤੇ ਅੰਤ ਕਿੰਨਾ ਭਿਆਨਕ ਹੋਏਗਾ, ਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਇੱਕ ਤਹਿਲਕਾ ਮਚੇਗਾ। ਪਰ ਜਿਉਂਦਾ ਖੁਦਾ ਅੱਜ ਅੰਜੀਲ ਦੇ ਸੰਦੇਸ਼ ਦੇ ਅੰਤ ਵਿੱਚ ਕਹਿੰਦਾ ਹੈ ਕਿ ਉਹ ਲੋਕੀ ਜੋ ਪ੍ਰਭੂ ਤੇ ਵਿਸ਼ਵਾਸ ਰੱਖਦੇ ਹਨ, ਉਹ ਆਪਣੀ ਨਜ਼ਰਾਂ ਉਹ ਤਾਂ ਉਸ ਖੁਦਾ ਦੇ ਵੱਲ ਰੱਖਣਾ ਜੋ ਤੁਹਾਡੇ ਜਲਾਲ ਦੇ ਲਈ, ਤੁਹਾਡੀ ਮੁਕਤੀ ਦੇ ਲਈ ਆ ਰਿਹਾ ਹੈ। ਇਹਨਾਂ ਲੋਕਾਂ ਨੂੰ ਜੋ ਪ੍ਰਭੂ ਦੇ ਉੱਤੇ ਭਰੋਸਾ ਰੱਖਦੇ ਹਨ, ਇਸ ਦੁਨੀਆ ਦੇ ਤਹਿਸ ਨਹਿਸ ਹੋਣ ਦੀ ਕੋਈ ਵੀ ਪਰਵਾਹ ਨਹੀਂ ਕਰਨੀ ਚਾਹੀਦੀ। ਪਰ ਅੱਜ ਕੱਲ੍ਹ ਸਮਾਂ ਇਸ ਤਰ੍ਹਾਂ ਆ ਗਿਆ ਹੈ ਕਿ ਲੋਕ ਨਿਸ਼ਾਨ ਪੜਨਾ ਚਾਹੁੰਦੇ ਨੇ, ਇਹ ਦੇਖਣਾ ਚਾਹੁੰਦੇ ਕਿ ਕੌਣ ਦੱਸ ਸਕਦਾ ਕਿ ਦੁਨੀਆ ਦਾ ਅੰਤ ਕਦੋਂ ਆ ਰਿਹਾ ਹੈ। ਤਾਂ ਅਸੀਂ ਜਾਣਦੇ ਹਾਂ ਜਦੋਂ ਸਾਲ 2000 ਚੜ੍ਹਿਆ ਸੀ, ਬਹੁਤ ਲੋਕਾਂ ਨੇ ਭਵਿੱਖਬਾਣੀ ਕੀਤੀ ਕਿ ਜਿਸ ਤਰ੍ਹਾਂ ਹੀ 2000 ਸਾਲ ਚੜ੍ਹੇਗਾ ਦੁਨੀਆ ਖਤਮ ਹੋਵੇਗੀ। ਬਹੁਤ ਲੋਕਾਂ ਨੇ ਉਸ ਸਮੇਂ ਬਹੁਤ ਅਜਿਹੇ ਫੈਸਲੇ ਕੀਤੇ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਖੁਦ ਨੂੰ ਅਦਭੁਤ ਲੱਗਦਾ ਹੈ, ਅਜੀਬ ਲੱਗਦਾ ਹੈ ਕਿ ਲੋਕ ਇਸ ਤਰ੍ਹਾਂ ਸੋਚ ਵੀ ਕਿਸ ਤਰ੍ਹਾਂ ਸਕਦੇ ਨੇ। 2012 ਹਾਲੀਵੁੱਡ ਵਾਲਿਆਂ ਨੇ ਫਿਲਮ ਬਣਾ ਦਿੱਤੀ ਕਿ ਦੁਨੀਆ ਇਸ ਤਰ੍ਹਾਂ ਖਤਮ ਹੋਵੇਗੀ, ਤੇ ਉਸ ਸਮੇਂ ਵੀ, ਉਸ ਸਾਲ ਦੇ ਵਿੱਚ ਵੀ ਲੋਕਾਂ ਨੇ ਸੋਚਿਆ ਕਿ ਸਭ ਕੁਝ ਖਤਮ ਹੋ ਰਿਹਾ ਹੈ ਤੇ ਕਿਸ ਤਰ੍ਹਾਂ ਖਤਮ ਹੋਵੇਗਾ ਉਸ ਦੇ ਬਾਰੇ ਉਤਾਵਲੇ ਸਨ। ਪਰ ਜਿਉਂਦਾ ਖੁਦਾ ਸਾਨੂੰ ਦੱਸਦਾ ਹੈ ਕਿ ਦੁਨੀਆ ਦਾ ਅੰਤ ਜਿਸ ਤਰ੍ਹਾਂ ਮਰਜ਼ੀ ਹੋਵੇ, ਪਰ ਤੁਹਾਡਾ ਅੰਤ ਕਦੇ ਗੁਨਾਹ ਵਿੱਚ ਨਹੀਂ ਹੋਣਾ ਚਾਹੀਦਾ। ਇਹ ਲਾਜ਼ਮੀ ਹੈ ਕਿ ਜਿਸ ਨੇ ਇਸ ਧਰਤੀ ਤੇ ਜਨਮ ਲਿਆ ਹੈ ਉਸ ਦਾ ਅੰਤ ਹੋਣਾ ਹੈ। ਹੁਣ ਇਹ ਅੰਤ ਕਿਸ ਤਰ੍ਹਾਂ ਹੋਣਾ ਹੈ? ਕਿ ਅਸੀਂ ਅੰਤ ਦੇ ਵਿੱਚ ਸ਼ੈਤਾਨ ਦੇ ਹੱਕ ਵਿੱਚ ਜਾਵਾਂਗੇ ਜਾਂ ਖੁਦਾ ਦੇ ਹੱਕ ਵਿੱਚ ਜਾਵਾਂਗੇ, ਇਹ ਸਾਡੇ ਜੀਵਨ ਤੇ ਨਿਰਭਰ ਕਰਦਾ ਹੈ। ਇਸ ਲਈ ਇਹ ਜਾਣਨ ਦੀ ਕੋਸ਼ਿਸ਼ ਨਾ ਕਰੋ ਕਿ ਕਿਹਨਾਂ ਨਿਸ਼ਾਨਾਂ ਦੇ ਨਾਲ ਧਰਤੀ ਖਤਮ ਹੋਵੇਗੀ, ਸੰਸਾਰ ਖਤਮ ਹੋਵੇਗਾ, ਕਿਉਂਕਿ ਖੁਦਾ ਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਇੱਕ ਦਿਨ ਸਾਡਾ ਜੀਵਨ ਖਤਮ ਹੋਵੇਗਾ। ਹੁਣ ਸਾਡੀ ਫਿਕਰ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਮੇਰਾ ਅੰਤ ਆਵੇਗਾ, ਕੀ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਜਾਣ ਦੇ ਲਈ ਯੋਗ ਹਾਂ ਜਾਂ ਨਹੀਂ ਹਾਂ। ਜੇਕਰ ਮੇਰੇ ਗੁਨਾਹ ਮੈਨੂੰ ਖੁਦਾ ਦੀ ਹਜ਼ੂਰੀ ਵਿੱਚ ਨਹੀਂ ਲੈ ਕੇ ਜਾਣਗੇ ਤਾਂ ਫਿਰ ਮੇਰੇ ਜੀਵਨ ਦਾ ਕੋਈ ਵੀ ਫਾਇਦਾ ਨਹੀਂ ਹੈ। ਜੋ ਵੀ ਮੈਂ ਕਮਾਇਆ ਹੈ, ਇਕੱਠਾ ਕੀਤਾ ਹੈ, ਬੈਂਕ ਬੈਲੈਂਸ ਬਣਾਇਆ ਹੈ, ਗੱਡੀਆਂ ਇਕੱਠੀਆਂ ਕੀਤੀਆਂ ਨੇ, ਇਹਦਾ ਕੋਈ ਫਾਇਦਾ ਨਹੀਂ, ਕਿਉਂਕਿ ਰੂਹ ਸਾਡੀ ਉਸ ਖੁਦਾ ਦੇ ਹਜ਼ੂਰ ਨਹੀਂ ਜਾਏਗੀ।
ਤੇ ਇਹਨਾਂ ਲੋਕਾਂ ਨੂੰ ਇਸ ਦੁਨੀਆ ਦੇ ਖਤਮ ਹੋਣ ਦੀ ਜ਼ਿਆਦਾ ਫਿਕਰ ਹੁੰਦੀ ਹੈ, ਕਿਉਂਕਿ ਉਹਨਾਂ ਦਾ ਸਭ ਕੁਝ ਦੁਨਿਆਵੀ ਹੈ। ਪਰ ਜਿਨ੍ਹਾਂ ਨੇ ਰੂਹਾਨੀ ਤੌਰ ਤੇ ਖੁਦਾਈ ਨੂੰ ਇਕੱਠਾ ਕੀਤਾ ਹੈ, ਆਪਣੇ ਆਪ ਨੂੰ ਖੁਦਾਈ ਦੇ ਵਿੱਚ ਵਧਾਇਆ ਹੈ, ਉਹਨਾਂ ਨੂੰ ਖੁਸ਼ੀ ਵੀ ਹੋਵੇਗੀ ਕਿ ਜਦੋਂ ਮੇਰਾ ਪ੍ਰਭੂ ਆਵੇਗਾ ਮੈਂ ਉਸ ਨੂੰ ਆਪਣੇ ਪੂਰੇ ਮਹਿਮਾ ਦੇ ਵਿੱਚ, ਆਪਣੇ ਉਸ ਜਲਾਲ ਦੇ ਵਿੱਚ ਜੋ ਖੁਦਾ ਮੈਨੂੰ ਬਖਸ਼ਦਾ ਹੈ ਉਸ ਦੇ ਨਾਲ ਮਿਲਾਂਗਾ, ਕਿਉਂਕਿ ਪ੍ਰਭੂ ਨੇ ਮੈਨੂੰ ਮੁੜ ਖੁਦਾ ਦੀ ਸੰਤਾਨ ਬਣਾ ਦਿੱਤਾ ਹੈ। ਖੁਦਾ ਨੇ ਆਪਣੀ ਸਲੀਬੀ ਕੁਰਬਾਨੀ ਦੇ ਨਾਲ ਮੈਨੂੰ ਉਸ ਵਿਰਸੇ ਦੇ ਨਾਲ ਜੋੜ ਦਿੱਤਾ ਹੈ ਜੋ ਕਿ ਸਵਰਗੀ ਹੈ, ਤੇ ਖੁਦਾ ਦੇ ਮੈਨੂੰ ਉਹ ਫਜ਼ਲ ਬਖਸ਼ਿਆ ਹੈ ਕਿ ਅਸੀਂ ਦੂਸਰਿਆਂ ਲਈ ਵੀ ਮੈਂ ਪ੍ਰਾਰਥਨਾ ਕਰਕੇ ਉਹਨਾਂ ਨੂੰ ਵੀ ਖੁਦਾ ਦੇ ਰਾਹਾਂ ਉੱਤੇ ਲੈ ਕੇ ਆ ਸਕਦਾ ਹਾਂ। ਇਸ ਲਈ ਖੁਦਾ ਦੇ ਪਿਆਰਿਓ, ਆਓ ਅਸੀਂ ਖੁਦਾ ਦੇ ਫਜ਼ਲ ਦੇ ਨਾਲ ਇਹ ਮਨਨ ਚਿੰਤਨ ਕਰੀਏ ਕਿ ਜਦੋਂ ਮੇਰਾ ਅੰਤ ਆਵੇਗਾ ਮੈਂ ਕਿਸ ਵੱਲ ਹੋਵਾਂਗਾ। ਕਿ ਮੇਰੇ ਗੁਨਾਹ ਮੈਨੂੰ ਨਰਕ ਵੱਲ ਲੈ ਕੇ ਜਾਣਗੇ, ਜਾਂ ਫਿਰ ਮੇਰੇ ਜੋ ਨੇਕ ਕੰਮ ਹੈ, ਜੋ ਮੈਂ ਵਿਸ਼ਵਾਸ ਹੈ, ਉਹ ਮੈਨੂੰ ਖੁਦਾ ਦੀ ਹਜ਼ੂਰੀ ਵਿੱਚ ਲੈ ਕੇ ਆਵੇਗਾ। ਤੇ ਆਓ ਅਸੀਂ ਇਸ ਪਾਕਮਾਜ਼ੀ ਕੁਰਬਾਨੀ ਵਿੱਚ ਖੁਦਾ ਤੋਂ ਇਹ ਫਜ਼ਲ ਮੰਗੀਏ ਕਿ ਸਾਡਾ ਹਰੇਕ ਪਲ ਖੁਦਾ ਦੇ ਪਿਆਰ ਦੇ ਵਿੱਚ ਬੀਤੇ, ਉਹਦੇ ਰਹਿਮ ਦੇ ਵਿੱਚ ਬੀਤੇ। ਤੇ ਨਹੀਂ ਖਿਆਲਾਂ ਦੇ ਨਾਲ ਆਓ ਅਸੀਂ ਇਸ ਮਹਾਨ ਕੁਰਬਾਨੀ ਨੂੰ ਖੁਦਾ ਅੱਗੇ ਸਮਰਪਿਤ ਕਰੀਏ। तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। तन मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। सब तेरा है दान, हर वेले दिल विच रब तेरा है नाम। जो मेरे है को सब तेरा है दान, हर वेले दिल विच रब तेरा है नाम। मालिक तू मेरा, खालिक तू मेरा, मेरे लिए सब कुछ बस तेरी है शान। तन मन ते तन सब है तेरा, करो कबूल चढ़ावा मेरा। ਭੈਣੋ ਤੇ ਭਰਾਓ, ਪ੍ਰਾਰਥਨਾ ਕਰੋ ਕਿ ਸਾਡਾ ਸਰਵਸ਼ਕਤੀਮਾਨ ਖੁਦਾ ਬਾਪ ਮੇਰੀ ਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੇ ਉਸਤੇ ਤੇ ਵਡਿਆਈ ਦੇ ਲਈ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਆਪਣੀ ਕਲੀਸਿਆ ਦੇ ਇਸ ਚੜਾਵੇ ਉੱਤੇ ਮਿਹਰ ਦੀ ਨਜ਼ਰ ਕਰ, ਬਖਸ਼ ਦੇ ਕਿ ਅਸੀਂ ਈਮਾਨ ਦੇ ਨਾਲ ਤੇਰੇ ਬੇਟੇ ਦੇ ਉਸ ਮਹਿਮਾਮਈ ਦੁੱਖ ਤਸੀਹੇ ਵਿੱਚ ਹਿੱਸਾ ਲਈਏ ਜਿਸ ਨੂੰ ਹੁਣ ਅਸੀਂ ਇਸ ਭੇਦ ਦੇ ਵਿੱਚ ਮਨਾਉਂਦੇ ਹਾਂ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਦੇ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਜ਼ਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਮੌਤ ਦਾ ਨਾਸ਼ ਕਰੇ ਅਤੇ ਜੀ ਉਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਦੇ ਸਾਰੇ ਸੰਤਾਂ ਦੇ ਨਾਲ ਮਿਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਦੇ ਨਾਲ ਲਗਾਤਾਰ ਇਹ ਗਾਉਂਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ।
ਹੈ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੇ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਦਿੱਤੀ, ਇਹ ਆਖਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਪਿੱਛੋਂ ਉਸਨੇ ਪਿਆਲਾ ਲਿਆ, ਤੇਰੀ ਵਡਿਆਈ ਅਤੇ ਧੰਨਵਾਦ ਕੀਤਾ, ਪਿਆਲਾ ਆਪਣੇ ਚੇਲਿਆਂ ਦਿੱਤਾ, ਇਹ ਆਖਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਦੇ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਹੈ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫੇਰ ਆਵੇਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਦੇ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਦੇ ਵਿੱਚ ਹਿੱਸਾ ਲੈਣ ਦੇ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਦੇ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ ਫਰੈਂਕੋ ਤੇ ਐਗਨੈਲੋ ਅਤੇ ਸਾਰੇ ਪ੍ਰੋਹਿਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਦੇ ਨਾਲ ਸੋ ਗਏ ਹਨ, ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚੰਨ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਤੇਰੇ ਸਾਰੇ ਸੰਤਾਂ ਦੇ ਨਾਲ, ਜਿਨ੍ਹਾਂ ਨੇ ਸਾਰੇ ਯੁਗਾਂ ਦੇ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਖੁਦਾ ਨੂੰ ਆਪਣਾ ਬਾਪ ਪਾ ਕੇ ਪੁਕਾਰੀਏ, ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਨੇ ਸਾਨੂੰ ਆਪ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਡੇ ਗਮੈਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੀ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਤੇ ਜਲਾਲ ਜੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਹੈ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ।
ਵੇਖੋ ਖੁਦਾ ਦਾ ਲੇਲਾ, ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਾਂ ਅਸੀਂ ਜੋ ਉਸ ਦੇ ਮਹਾਭੋਜ ਦੇ ਲਈ ਸੱਦੇ ਗਏ ਹਾਂ। है हे प्रभु, मैं मैं इस योग्य नहीं हाँ कि तू मेरी छत थले आवे, पर देख की शब्द ता मेरी रूह चंगी हो जावेगी। दुआ पाक शाकत लैन दो बेला, ए मुबारक मरियम, तेरा प्यारा बेटा रोटी दे रूप विच साडे दिलां विच आउण वाला है। साडे ਲਈ दुआ कर ताकि ਅਸੀਂ ਵੀ ਤੇਰੇ ਵਾਂਗ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। मदिया ते पार हेठा दबिया, दुखी दिलां नूं आराम पहुंचावदा। आओ पाक शराकत लैण चलीए, यीशु सारियां नूं कोल बुलावदा। मदिया ते पार हेठा दबिया, दुखी दिलां नूं आराम पहुंचावदा। रोटी मैं जिंदगी दी, यीशु ने फरमाया है, यीशु ने फरमाया है। उतर आया आसमाना तो दर्श इंसान उते आया है, दर्श इंसान उते आया है। जेड़ा साफ दिल नाल रोटी खावदा, ओदी जिंदगी सदा वाली पावदा। जेड़ा साफ दिल नाल रोटी खावदा, ओदी जिंदगी सदा वाली पावदा। मदिया ते पार हेठा दबिया, दुखी दिलां नूं आराम पहुंचावदा। आओ पाक शराकत लैण चलीए, यीशु सारियां नूं कोल बुलावदा। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਖੁਦਾ, ਇਹਨਾਂ ਪਾਕ ਭੇਦਾਂ ਦੇ ਵਿੱਚ ਤੂੰ ਸਾਨੂੰ ਆਪਣੇ ਹੀ ਜੀਵਨ ਦੇ ਨਾਲ ਆਪਣੇ ਆਪ ਨੂੰ ਜੁੜਨ ਦੀ ਖੁਸ਼ੀ ਦਿੱਤੀ ਹੈ। ਬਖਸ਼ ਦੇ ਕਿ ਤੇਰੇ ਰਹਿਮ ਦੇ ਨਾਲ ਅਸੀਂ ਕਦੇ ਵੀ ਤੇਰੇ ਤੋਂ ਜੁਦਾ ਨਾ ਹੋਈਏ, ਕਿਉਂ ਜੋ ਤੂੰ ਸਾਰੀਆਂ ਬਰਕਤਾਂ ਦਾ ਸੋਮਾ ਹੈ। ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਪਾਕ ਤਸਲੀਸ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਆਪਣੀ ਬਰਕਤਾਂ ਨਾਲ ਹਮੇਸ਼ਾ ਭਰਪੂਰ ਰੱਖੇ। ਆਮੀਨ। ਪਾਕ ਮਾਸ ਦੀ ਮਹਾਨ ਕੁਰਬਾਨੀ ਚੜਾਈ ਗਈ। ਪ੍ਰਭੂ ਯਿਸੂ ਮਸੀਹ ਦੇ ਪਿਆਰ ਅਤੇ ਸ਼ਾਂਤੀ ਦੇ ਵਿੱਚ ਜਾਓ। खुदा दा शुक्र होवे। दुआ याद कर, है नहायत मेहरबान वाली मरियम, ते कदे नहीं सुनिया गया कि कोई भी तेरी पनाह लभदिया, तेरी मदद चाहदिया, तेरी सिफारिश मंगदिया कोई तो हाली गया होवे। एक वारी कुआरियां दी अते मेरी मां
ਮੈਂ ਇਸੇ ਸੈਲੀ ਨਾਲ ਤੇਰੇ ਕੋਲ ਨੱਸ ਕੇ ਆਉਂਦਾ ਹਾਂ, ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਜੇ ਤਾਰੀ ਕਲਾਮ ਦੀ ਮਾਂ, ਮੇਰੀ ਅਰਜ਼ ਨਕੀਰ ਨਾਲ ਨਾ ਚਾਲ, ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ। ਆਮੀਨ। ਪਵਿੱਤਰ ਕੁਆਰੀ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਸਭ ਔਰਤਾਂ ਦੇ ਵਿੱਚੋਂ ਧੰਨ ਹੈ, ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ। ਸਭ ਔਰਤਾਂ ਦੇ ਵਿੱਚੋਂ ਧੰਨ ਹੈ, ਮਰੀਮ ਪਿਆਰਾ ਜੀ ਦਾ ਨਾਂ। ਸਭ ਔਰਤਾਂ ਦੇ ਵਿੱਚੋਂ ਧੰਨ ਹੈ, ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ। ਸਭ ਔਰਤਾਂ ਦੇ ਵਿੱਚੋਂ ਧੰਨ ਹੈ। ਖੁਸ਼ੀ ਦਾ ਸੁਨੇਹਾ ਜਬਰਾਇਲ ਆ ਕੇ ਦੱਸਿਆ, ਲਿਆ ਕੇ ਦੱਸਿਆ। ਸੋਨੇ ਦੇ ਤਾਰ ਲਿਆ, ਰੋ ਪਾਕ ਵਸਿਆ, ਰੋ ਪਾਕ ਵਸਿਆ। ਜਿਹੜੇ ਵੇਲੇ ਕੀਤੀ ਉਹਨੇ ਹਾਂ, ਸਭ ਔਰਤਾਂ ਦੇ ਵਿੱਚੋਂ ਧੰਨ ਹੈ, ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ। ਸਭ ਔਰਤਾਂ ਦੇ ਵਿੱਚੋਂ ਧੰਨ ਹੈ, ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ। ਸਭ ਔਰਤਾਂ ਦੇ ਵਿੱਚੋਂ ਧੰਨ ਹੈ।